ਤੁਸੀਂ ਇਕੱਠੇ ਪਰਫਾਰਮ ਕਰਦੇ ਹੋ ਤੇ ਕਾਜਲ ਕਹਿੰਦੀ ਵੀ ਤੁਹਾਨੂੰ ਆ ਕੇ ਤੁਹਾਡੇ ਕੋਲੇ ਆ ਕੇ ਜਿਵੇਂ ਪੰਜਾਬੀ ਚ ਕਹਿਣਗੇ ਰਿਕੁਐਸਟ ਕਰਨ ਵਾਲਾ ਕੰਮ ਹੀ ਹੋ ਜਾਂਦਾ ਨੰਬਰ ਵਗੈਰਾ ਫਿਰ ਤੁਹਾਡੇ ਤੋਂ ਮੰਗਣ ਲੱਗੇ ਇਹ ਨਾਲ ਆ ਕੁੜੀਆਂ ਦੇ ਕੀ ਪਤਾ ਇਹਦੀ ਸੈਟਿੰਗ ਹੋਊ ਤੇ ਸੈਟਿੰਗ ਕਰਾ ਵੀ ਸਕਦਾ ਕਹਿੰਦਾ ਨਾ ਬਈ ਉਹਦਾ ਨੰਬਰ ਦੇ ਦੇ ਉਹ ਫਲਾਨੀ ਦਾ ਨੰਬਰ ਦੇ ਦੇ ਮੈਂ ਕਹਿੰਦਾ ਨਾ ਵੀਰੇ ਯਾਰ ਨੰਬਰ ਤਾਂ ਤੁਹਾਨੂੰ ਦੇ ਦੂਗੀ ਹਨਾ ਬਟ ਤੁਹਾਡੇ ਨਾਲ ਗੱਲ ਨਹੀਂ ਕਰਦੀ ਜੋੜੀ ਕਿਸ ਤਰ੍ਹਾਂ ਬਣੀ ਕਾਜਲ ਪਹਿਲਾਂ ਤਾਂ ਇਹ ਪਤਾ ਲੱਗੇ ਵੀ ਕਿਸ ਤਰ੍ਹਾਂ ਇਸ ਫੀਲਡ ਦੇ ਵਿੱਚ ਆਏ ਜਾਂ ਸ਼ੁਰੂ ਤੋਂ ਹੀ ਇਹਨਾਂ ਦੇ ਨਾਲ ਡਾਂਸ ਕਰਦੇ ਸੀ ਜਾਂ ਕਿਸ ਤਰ੍ਹਾਂ ਇੱਕ ਵਾਰੀ ਗਲਤੀ ਨਾਲ ਸਾਡੇ ਤੋਂ ਡਰੈਸ ਬਣ ਗਈ ਸੀ ਉਹ ਤਾਂ ਰੱਬ ਨੇ ਬਣਾਤੀ ਉਦੋਂ ਜੋੜੀ ਕਹਿੰਦੇ ਆਈਲੈਟਸ ਵੀ ਕੀਤੀ ਹੈ ਕੁੜੀ ਨੇ ਹਾਂਜੀ ਹਾਂਜੀ ਕੀਤੀ ਆ ਕਦੋਂ ਕੀਤੀ ਸੀ ਕਾਫੀ ਟਾਈਮ ਹੋ ਗਿਆ ਮਤਲਬ ਉਦੋਂ ਪਤਾ ਨਹੀਂ ਸਹੀ ਮਤਲਬ ਇੰਨਾ ਮਤਲਬ ਨਹੀਂ ਪਤਾ ਸੀ ਆਈਲੈਟਸ ਦਾ ਕੀ ਹੁੰਦਾ ਕੀ ਨਹੀਂ ਹੁੰਦਾ ਬਸ ਕਰ ਲਈ ਸੀ ਇੰਟਰਸਟ ਸੀਗਾ ਕਿ ਬਈ ਵਿਹਲੇ ਨਹੀਂ ਰਹਿਣਾ ਕੋਈ ਨਾ ਕੋਈ ਕੰਮ ਬੈਂਡ ਆ ਗਈ ਸੀ ਉਦੋਂ ਹਾਂਜੀ ਕਹਿੰਦੇ ਇੱਕ ਤਾਂ ਜੁੱਤੀ ਘਸ ਕੇ ਪਹਿਚਾਣ ਬਣਦੀ ਆ ਤੇ ਇੱਕ ਜੁੱਤੀ ਚੱਟ ਕੇ ਪਹਿਚਾਣ ਬਣਦੀ ਆ ਤੇ ਘਸਣ ਵਾਲੀ ਦਾ ਸਵਾਦ ਵੱਖਰਾ ਹੁੰਦਾ ਤੇ ਚੱਟਣ ਵਾਲੀ ਦਾ ਸਵਾਦ ਵੱਖਰਾ ਹੁੰਦਾ ਸਾਨੂੰ ਪ੍ਰਾਊਡ ਫੀਲ ਹੁੰਦਾ ਕਿ ਵੀ ਲੇਡੀ ਵੀ ਸਾਡੇ ਨਾਲ ਸਟੇਜ ਤੇ ਆ ਕੇ ਡਾਂਸ ਕਰਦੇ ਆ ਕਿਉਂਕਿ ਉਹ ਕਹਿੰਦੇ ਆ ਬਈ ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ ਕਿਤੇ ਸਟੇਜ ਦੇ ਪਿੱਛੇ ਲੜ ਕੇ ਗਏ ਹੋ ਤੇ ਸਟੇਜ ਤੇ ਜਾ ਕੇ ਇਕੱਠੇ ਡਾਂਸ ਕਰਨਾ ਪਵੇ ਫਿਰ ਉਦੋਂ ਕੰਫਰਟੇਬਲ ਹੁੰਦਾ ਕਿ ਉਦੋਂ ਫਿਰ ਥੱਲੇ ਆ ਕੇ ਫਿਰ ਉਹੀ ਜੂਤਮ ਜੀ ਚੱਲ ਪੈਂਦਾ ਕੰਮ ਬੇਸ਼ੱਕ ਮੈਂ ਇਹਨਾਂ ਨਾਲ ਨਜ਼ਰ ਨਾ ਮਿਲਾਵਾਂ ਲੇਕਿਨ ਸਟੈਪ ਮੈਚ ਹੀ ਰਹਿੰਦੇ ਨੇ ਇੱਕ ਅੱਧੀ ਵਾਰ ਹੋ ਜਾਂਦਾ ਕਿ ਹਾਂ ਤੂੰ ਆਪਣਾ ਕਰੀ ਚੱਲ ਮੈਂ ਆਪਣਾ ਕਰੀ ਚੱਲੋ ਅਸੀਂ ਬਹੁਤ ਜ਼ਿਆਦਾ ਕਲੋਜ਼ ਆ ਫੈਮਲੀਆਂ ਕਲੋਜ਼ ਆ ਸਾਡੇ ਹਨਾ ਵਧੀਆ ਵਰਤਦੇ ਆ ਇੱਕ ਦੂਜੇ ਨਾਲ ਰਿਲੇਸ਼ਨ 'ਚ ਅਸੀਂ ਅੱਜ ਤੋਂ 4-5 ਸਾਲ ਪਹਿਲਾਂ ਹਨਾ ਅਸੀਂ ਜਦੋਂ ਕੰਮ ਕਰਦੇ ਸੀ ਉਦੋਂ ਥੋੜ੍ਹਾ ਜਿਹਾ ਦੁੱਖ ਲੱਗਦਾ ਸੀਗਾ ਹਰਟ ਹੁੰਦਾ ਸੀ ਵੀ ਜਦੋਂ ਲੋਕ ਆ ਕੇ ਕੁਛ ਕੰਜਰ ਨਚਾਰ ਦਾ ਵਰਡ ਹਨਾ ਪੇਸ਼ ਕਰਦੇ ਸੀਗੇ ਕੋਈ ਇਹੋ ਜਿਹਾ ਦਿਨ ਆਇਆ ਵੀ ਘਰੋਂ ਤਾਂ ਹੋਰ ਕੁਝ ਚੱਲ ਰਿਹਾ ਹੋਵੇ ਮਾਈਂਡ ਦੇ ਵਿੱਚ ਪਰ ਚਿਹਰੇ ਦੀ ਸਮਾਈਲ ਉੱਥੇ ਸਟੇਜ ਤੇ ਹੋਰ ਦੇਣੀ ਪਈ ਹੋਵੇ ਕਾਜਲ ਦੇ ਘਰੇ ਡੈਥ ਹੋਈ ਸੀਗੀ ਉਹਦੀ ਭਾਬੀ ਦੀ ਹਨਾ ਤੇ ਬਟ ਉਸ ਟਾਈਮ ਡੈਥ ਹੋਈ ਹੈ ਤੇ ਉਸ ਟਾਈਮ ਅਸੀਂ ਫੰਕਸ਼ਨ ਤੇ ਜਾਣਾ ਸੀ ਜਾਣਾ ਕਿਉਂ ਪੈਂਦਾ ਅਗਲੇ ਨੇ ਬੁੱਕ ਕਰਿਆ ਹੁੰਦਾ ਅਗਲਾ ਕਹਿੰਦਾ ਹੁੰਦਾ ਵੀਰੇ ਆਉਣਾ ਪੈਣਾ ਤੁਹਾਨੂੰ ਬੁੱਕ ਕੀਤਾ ਪੈਸੇ ਦਿੱਤੇ ਨੇ ਤੇ ਉਹਦੇ ਕਹਿਣ ਨੂੰ ਇੱਥੋਂ ਅਸੀਂ ਦੁੱਖ 'ਚ ਸੀ ਉੱਥੇ ਜਾ ਕੇ ਸਾਨੂੰ ਹੱਸਣਾ ਪਿਆ ਕੋਈ ਮਜਬੂਰੀ ਸੀ ਜਾਂ ਵੈਸੇ ਹੀ ਇਸ ਕੰਮ ਦੇ ਵੱਲ ਆਏ ਕਿਉਂਕਿ ਇਸ ਕੰਮ ਨੂੰ ਲੋਕ ਚੰਗਾ ਨਹੀਂ ਸਮਝਦੇ ਲੜਕੀਆਂ ਦੇ ਲਈ ਤਾਂ ਖਾਸ ਕਰ ਆਹ ਫੀਲਡ 'ਚ ਆਉਣ ਦਾ ਰੀਜ਼ਨ ਸੀਗਾ ਸਿਰਫ ਫੈਮਿਲੀ ਤੇ ਏਜ ਛੋਟੀ ਸੀ ਜੋਬ ਨਹੀਂ ਕਰ ਸਕਦੇ ਸੀ ਤੇ ਬਸ ਆਹੀ ਕੁਛ ਜੋ ਮਿਲਦਾ ਗਿਆ ਜਿਹੜਾ ਰਸਤਾ ਮਿਲਦਾ ਗਿਆ ਉਦੋਂ ਸਟਾਰਟ ਕਰਦੇ ਗਏ ਰੋਣਾ ਵੀ ਆਇਆ ਕਈ ਵਾਰੀ ਸਟੇਜ ਤੇ ਐਦਾਂ ਹੋਇਆ ਬਈ ਮੇਰੇ ਤੋਂ ਨਹੀਂ ਹੁੰਦਾ ਕੰਮ ਮੈਂ ਕੁਛ ਆਪਣਾ ਹੋਰ ਹੀ ਦਿਹਾੜੀ ਵਗੈਰਾ ਕੁਛ ਵੀ ਕਰ ਲਾਂ ਬਟ ਆਹ ਕੰਮ ਨਹੀਂ ਹੁੰਦਾ ਕਹਿੰਦੇ ਕੁੜੀਆਂ ਨਸ਼ੇ ਕਰਕੇ ਡਾਂਸ ਕਰਦੀਆਂ ਨੇ ਨਸ਼ੇ ਕਰਕੇ ਜਾ ਕੇ ਉੱਥੇ ਪਰਫਾਰਮ ਕਰਦੀਆਂ ਨੇ ਇਹ ਕਿੰਨਾ ਕੁ ਸੱਚ ਹੈ ਇਹਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ ਤੇ ਮੈਂ ਹਾਂ ਜੱਸੀ ਬਰਾੜ ਅਕਸਰ ਹੀ ਤੁਹਾਨੂੰ ਬਹੁਤ ਸਾਰੀਆਂ ਸ਼ਖਸੀਅਤਾਂ ਦੇ ਨਾਲ ਮਿਲਾਉਂਦੇ ਆ ਗੱਲਬਾਤ ਕਰਵਾਉਂਦੇ ਆ ਅੱਜ ਇੱਕ ਐਸੀ ਜੋੜੀ ਦੇ ਨਾਲ ਮਿਲਾਉਂਦੇ ਆ ਜਿਹੜੀ ਕਿ ਲੋਕਾਂ ਦਾ ਮਨੋਰੰਜਨ ਕਰਦੀ ਹੈ ਵਿਆਹ ਸ਼ਾਦੀਆਂ ਦੇ ਵਿੱਚ ਅਕਸਰ ਦੇਖਦੇ ਆ ਸਟੇਜਾਂ ਦੇ ਉੱਪਰ ਭੰਗੜੇ ਪੈਂਦੇ ਨੇ ਤੇ ਲੋਕ ਉਹਨਾਂ ਭੰਗੜੇ ਨੂੰ ਦੇਖ ਕੇ ਨੱਚਦੇ ਨੇ ਨਾਲ ਤੇ ਆਪਣਾ ਜਿਹੜਾ ਵਿਆਹ ਹੈ ਉਹਦਾ ਇਹਨੂੰ ਇੰਜੋਏ ਕਰਦੇ ਆ ਇਸੇ ਤਰ੍ਹਾਂ ਹੀ ਇੱਕ ਜੋੜੀ ਨਾਲ ਮਿਲਾਉਣ ਜਾ ਰਹੇ ਆ ਉਹਨਾਂ ਦੀ ਪਰਿਵਾਰਕ ਸਾਂਝ ਬਾਰੇ ਗੱਲਬਾਤ ਕਰਾਂਗੇ ਤੇ ਗੱਲਬਾਤ ਉਹ ਕਰਾਂਗੇ ਵੀ ਉਹਨਾਂ ਦੇ ਇਸ ਜਿਹੜੇ ਪ੍ਰੋਗਰਾਮ ਇਹ ਕਰਦੇ ਨੇ ਉਹਨਾਂ ਦੇ ਪਿੱਛੇ ਲੋਕ ਕਿਹੋ ਜਿਹੀ ਮਨਸ਼ਾ ਰੱਖਦੇ ਨੇ ਲੋਕਾਂ ਦੀ ਸੋਚ ਕੀ ਹੈ ਤੇ ਉਹਨਾਂ ਦੀ ਸੋਚ ਕੀ ਆ ਗੱਲਬਾਤ ਕਰਾਉਂਦੇ ਆ ਸਾਡੇ ਨਾਲ ਬਾਈ ਜੀ ਮੌਜੂਦ ਹੈ ਬਲਾਸਟ ਜੋੜੀ ਦੇ ਨਾਂ ਤੇ ਇਹਨਾਂ ਦੀ ਜਿਹੜੀ ਜੋੜੀ ਆ ਉਹ ਮਸ਼ਹੂਰ ਹੈ ਬਾਈ ਸਵਾਗਤ ਹੈ ਪ੍ਰਾਈਮ ਏਸ਼ੀਆ ਤੇ ਤੁਹਾਡਾ ਬਹੁਤ ਬਹੁਤ ਜੀ ਸਾਰਿਆਂ ਨੂੰ ਹੋਰ ਸਿਹਤਾਂ ਠੀਕ ਨੇ ਬਹੁਤ ਵਧੀਆ ਚੜ੍ਹਦੀ ਕਲਾ ਕਿਰਪਾ ਵਾਹਿਗੁਰੂ ਦੀ ਤੇ ਅਕਸਰ ਹੀ ਸਟੇਜਾਂ ਤੇ ਸਮਾਈਲੀ ਵਾਲੇ ਚਿਹਰੇ ਲੈ ਕੇ ਜਾਂਦੇ ਹੋ ਕਿਸ ਤਰ੍ਹਾਂ ਦਾ ਹੈ ਜੇ ਅੱਜ ਦੀ ਸਫ਼ਰ ਦੀ ਗੱਲ ਕਰ ਲਈਏ ਸਫ਼ਰ ਕਿਸ ਤਰ੍ਹਾਂ ਦਾ ਚੱਲ ਰਿਹਾ ਅੱਜ ਦੇ ਟਾਈਮ ਤਾਂ ਬਹੁਤ ਵਧੀਆ ਚੱਲ ਰਿਹਾ ਹਨਾ ਲੋਕਾਂ ਦੀ ਥੋੜੀ ਜੀ ਨੀਅਤ ਜਿਹੜੀ ਆ ਉਹ ਸੁਧਰੀ ਸਾਡੇ ਮੁਤਾਬਿਕ ਅੱਜ ਤੋਂ 4-5 ਸਾਲ ਪਹਿਲਾਂ ਹਨਾ ਅਸੀਂ ਜਦੋਂ ਕੰਮ ਕਰਦੇ ਸੀ ਉਦੋਂ ਥੋੜਾ ਜਿਹਾ ਦੁੱਖ ਲੱਗਦਾ ਸੀਗਾ ਹਰਟ ਹੁੰਦਾ ਸੀ ਵੀ ਜਦੋਂ ਲੋਕ ਆ ਕੇ ਕੁਛ ਕੰਜਰ ਨਚਾਰ ਦਾ ਵਰਡ ਹਨਾ ਪੇਸ਼ ਕਰਦੇ ਸੀਗੇ ਉਦੋਂ ਦੁੱਖ ਲੱਗਦਾ ਸੀ ਬਟ ਹੁਣ ਆਪਦੇ ਆਪ ਤੇ ਪ੍ਰਾਊਡ ਫੀਲ ਹੁੰਦਾ ਵੀ ਅਸੀਂ ਕਿਸੇ ਦੀ ਸੋਚ ਚੇਂਜ ਕਰੀਏ ਤਾਂ ਅਸੀਂ ਕਿਤੇ ਪਹਿਲਾਂ ਆਰਕੈਸਟਰਾ ਵਾਲੇ ਵੱਜਦੇ ਸੀ ਹੁਣ ਅਸੀਂ ਕਲਚਰ ਗਰੁੱਪ ਵਾਲੇ ਵੱਜਿਆ ਕਰੀਏ ਥੋੜਾ ਜਿਹਾ ਚੰਗਾ ਲੱਗਦਾ ਹੁਣ ਚਿਹਰੇ ਦੀ ਸਮਾਈਲ ਤੋਂ ਦੱਸਦਾ ਤੇ ਜੇਕਰ ਗੱਲ ਕਰੀਏ ਬ੍ਰਦਰ
ਤੁਸੀਂ ਅਕਸਰ ਹੀ ਵਿਆਹਾਂ ਸ਼ਾਦੀਆਂ ਦੇ ਫੰਕਸ਼ਨਾਂ ਤੇ ਜਾਂਦੇ ਹੋ, ਲੋਕਾਂ ਦਾ ਮਨੋਰੰਜਨ ਕਰਦੇ ਹੋ। ਪਰਿਵਾਰਕ ਜੇ ਆਪਾਂ ਗੱਲ ਕਰ ਲਈਏ ਤਾਂ ਘਰੋਂ ਬੰਦਾ ਕੁਝ ਹੋਰ ਜਾਂਦਾ, ਪਰ ਚਿਹਰੇ ਦੀ ਸਮਾਈਲ ਸਟੇਜ ਤੇ ਕੁਝ ਹੋਰ ਕਹਿੰਦੀ ਹੁੰਦੀ ਹੈ। ਕੋਈ ਇਹੋ ਜਿਹਾ ਦਿਨ ਆਇਆ ਵੀ ਘਰੋਂ ਤਾਂ ਹੋਰ ਕੁਝ ਚੱਲ ਰਿਹਾ ਹੋਵੇ ਮਾਈਂਡ ਦੇ ਵਿੱਚ, ਪਰ ਚਿਹਰੇ ਦੀ ਸਮਾਈਲ ਉੱਥੇ ਸਟੇਜ ਤੇ ਹੋਰ ਦੇਣੀ ਪਈ ਹੋਵੇ? ਹਾਂ ਜ਼ਰੂਰ, ਤੁਹਾਨੂੰ ਪਤਾ ਹਨਾ, ਜਿਹਦੇ ਚਾਰ ਭਾਂਡੇ ਹੁੰਦੇ ਆ ਕਹਿੰਦੇ ਖੜਕਦੇ ਜ਼ਰੂਰ ਹੁੰਦੇ ਆ ਹਨਾ। ਤੇ ਘਰ ਦੀ ਗੱਲ ਆਈ ਹੈ, ਘਰ ਦੀਆਂ ਬਹੁਤ ਪ੍ਰੋਬਲਮਾਂ ਹੁੰਦੀਆਂ ਨੇ। ਪੇਰੈਂਟਸ ਵੱਲੋਂ ਕਈ ਵਾਰ ਪ੍ਰੋਬਲਮ ਚੜ ਜਾਂਦੀ ਆ, ਆਪਸ 'ਚ ਝਗੜਾ ਹੋ ਜਾਂਦਾ, ਰਿਸ਼ਤੇਦਾਰੀ 'ਚ ਝਗੜਾ ਹੋ ਜਾਂਦਾ, ਜਾਂ ਐਦਾਂ ਦਾ ਕੁਝ ਹੋ ਜਾਂਦਾ ਵੀ ਕਿਸੇ ਫੰਕਸ਼ਨ ਤੇ ਜਾਣਾ ਵੀ ਜ਼ਰੂਰੀ ਨਹੀਂ ਹੁੰਦਾ। ਤੇ ਪਰ ਜਾਣਾ ਕਿਉਂ ਪੈਂਦਾ, ਅਗਲੇ ਨੇ ਬੁੱਕ ਕਰਿਆ ਹੁੰਦਾ, ਅਗਲਾ ਕਹਿੰਦਾ ਹੁੰਦਾ ਵੀਰੇ ਆਉਣਾ ਪੈਣਾ। ਤੇ ਉਦੋਂ ਮਹਿਸੂਸ ਹੁੰਦਾ। ਪਿੱਛੇ ਜੇ ਹੁਣ ਕਾਜਲ ਦੇ ਘਰੇ, ਤੁਹਾਨੂੰ ਕਾਜਲ ਨਾਲ ਵੀ ਹਨਾ ਕਰੋਗੇ ਗੱਲਬਾਤ, ਕਾਜਲ ਦੇ ਘਰੇ ਡੈਥ ਹੋਈ ਸੀਗੀ ਉਹਦੀ ਭਾਬੀ ਦੀ ਹਨਾ। ਤੇ ਬਟ ਉਸ ਟਾਈਮ ਡੈਥ ਹੋਈ ਆ, ਤੇ ਉਸ ਟਾਈਮ ਅਸੀਂ ਫੰਕਸ਼ਨ ਤੇ ਜਾਣਾ ਸੀ, ਮਜਬੂਰੀ। ਮੈਂ ਕਾਜਲ ਨੂੰ ਆਖਿਆ ਛੱਡ ਦਈਏ, ਤੇ ਮੈਂ ਉਹਨਾਂ ਨੂੰ ਕਾਲ ਕੀਤੀ, ਕਹਿੰਦੇ ਐਵੇਂ ਦੀ ਗੱਲ ਆ, ਕਹਿੰਦਾ ਨਾ ਵੀਰ ਜੀ ਆਉਣਾ ਪੈਣਾ, ਤੁਹਾਨੂੰ ਬੁੱਕ ਕੀਤਾ, ਪੈਸੇ ਦਿੱਤੇ ਨੇ। ਤੇ ਉਹਦੇ ਕਹਿਣ ਨੂੰ ਇੱਥੋਂ ਅਸੀਂ ਦੁੱਖ 'ਚ ਸੀ, ਉੱਥੇ ਜਾ ਕੇ ਸਾਨੂੰ ਹੱਸਣਾ ਪਿਆ, ਇੰਜੋਏ ਕਰਨਾ ਪਿਆ। ਸਿਰਫ ਉਹਨਾਂ ਨੂੰ ਨਹੀਂ ਪਤਾ ਸੀ ਵੀ ਇਹਨਾਂ ਦੇ ਦਿਲ ਤੇ ਕੀ ਬੀਤ ਰਹੀ ਆ, ਤੇ ਸਾਨੂੰ ਪਤਾ ਵੀ ਸਾਡੇ ਦਿਲ ਤੇ ਕੀ ਬੀਤ ਰਹੀ ਹੈ ਹਨਾ। ਸਾਡੇ ਨਾਲ ਕਾਜਲ ਵੀ ਹੈ, ਦੋਨੇ ਜਣੇ ਆ। ਇੱਕ ਵਾਰ ਤਸਵੀਰ ਤਾਂ ਦਿਖਾ ਰਹੇ ਹਾਂ, ਬਾਈ ਜੀ ਨਾਲ ਗੱਲਬਾਤ ਜਿਹੜੇ ਸ਼ੁਰੂਆਤ ਚੱਲ ਰਹੀ ਹੈ। ਇਹ ਕਾਜਲ ਨੇ ਤੇ ਇਹ ਬਾਈ ਜੀ ਨੇ। ਇਹ ਲਗਾਤਾਰ ਜਿਹੜੀ ਇੱਕ ਜੋੜੀ ਦੇ ਰੂਪ ਦੇ ਵਿੱਚ ਪਰਫਾਰਮੈਂਸ ਕਰਦੇ ਨੇ, ਤੇ ਲੋਕਾਂ ਦੇ ਲਈ ਜਿਹੜਾ ਇੱਕ ਅਲੱਗ ਜਿਹਾ ਤਰੀਕਾ ਤਾਂ ਲੱਗਦਾ। ਜਦੋਂ ਆਪਾਂ ਪਹਿਲਾਂ ਦੇਖਦੇ ਸੀ ਨਾ, ਆਰਕੈਸਟਰਾ ਵਾਲੇ ਕਹਿ ਦਿੰਦੇ ਸੀਗੇ ਇਕੱਲੀ ਕੁੜੀ ਨੱਚਦੀ ਹੈ, ਤੇ ਉਹਨੂੰ ਭੱਦੇ ਕਮੈਂਟਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਸੀਗਾ। ਕਾਜਲ, ਸਟੇਜ ਦੇ ਉੱਪਰ ਜਾਂਦੇ ਹੋ, ਇਕੱਠੇ ਜਾਂਦੇ ਹੋ, ਕਿਸ ਤਰ੍ਹਾਂ ਦਾ ਲੱਗਦਾ ਵੀ ਇੱਕ ਜੋੜੀ ਦੇ ਰੂਪ ਦੇ ਵਿੱਚ ਜਦੋਂ ਡਾਂਸ ਕਰਨ ਜਾਂਦੇ ਹੋ? ਬਹੁਤ ਵਧੀਆ ਲੱਗਦਾ, ਕਿਉਂਕਿ ਇਕੱਲੇ ਤਾਂ ਕਦੇ ਕੀਤਾ ਨਹੀਂ, ਜੇ ਕੀਤਾ ਵੀ ਹੋਵੇ ਤਾਂ ਯਾਦ ਨਹੀਂ ਹੈਗਾ। ਲੇਕਿਨ ਹੁਣ ਅੱਜ ਦੇ ਟਾਈਮ ਤੇ ਸਿਰਫ ਜੋੜੀ 'ਚ ਹੀ ਕੰਮ ਕਰ ਰਿਹਾ, ਬਹੁਤ ਵਧੀਆ ਫੀਲ ਹੁੰਦਾ। ਇਹ ਜੋੜੀ ਕਿਸ ਤਰ੍ਹਾਂ ਬਣੀ ਕਾਜਲ? ਪਹਿਲਾਂ ਤਾਂ ਇਹ ਪਤਾ ਲੱਗੇ ਵੀ ਕਿਸ ਤਰ੍ਹਾਂ ਇਸ ਫੀਲਡ ਦੇ ਵਿੱਚ ਆਏ, ਜਾਂ ਸ਼ੁਰੂ ਤੋਂ ਹੀ ਇਹਨਾਂ ਦੇ ਨਾਲ ਡਾਂਸ ਕਰਦੇ ਸੀ, ਜਾਂ ਕਿਸ ਤਰ੍ਹਾਂ ਸੀ? ਮੈਂ ਮਤਲਬ ਕਿ ਹਰਿਆਣੇ ਸਾਈਡ ਤੋਂ ਆਈ ਹੋਈ ਸੀ ਕੰਮ ਕਰਕੇ, ਤੇ ਉਧਰ ਮਤਲਬ ਕਿ ਇਹਨਾਂ ਨੇ ਮੈਨੂੰ ਦੇਖਿਆ ਸੀ, ਮਤਲਬ ਮੈਨੂੰ ਕੰਮ ਦੀ ਲੋੜ ਸੀਗੀ, ਤੇ ਇਹਨਾਂ ਨੇ ਮੇਰੇ ਨਾਲ ਗੱਲਬਾਤ ਕੀਤੀ ਸੀ ਕਿ ਵੀ ਜੇ ਤੁਸੀਂ ਕੰਮ ਕਰਨਾ ਤਾਂ ਸਾਡੇ ਕੋਲ ਆ ਸਕਦੇ ਹੋ, ਸਾਨੂੰ ਕੰਟੈਕਟ ਕਰ ਸਕਦੇ ਹੋ। ਤੇ ਇਹਨਾਂ ਨੇ ਮੈਨੂੰ ਨੰਬਰ ਦੇ ਦਿੱਤਾ ਸੀ ਬਈ ਤੁਸੀਂ ਆਹ ਨੰਬਰ 'ਤੇ ਕੰਟੈਕਟ ਕਰ ਲਿਓ। ਤੇ ਫਿਰ ਮੈਂ ਇਹਨਾਂ ਨੂੰ ਕਾਲ ਕੀਤੀ ਸੀ। ਫਿਰ ਕੁਛ ਟਾਈਮ ਮੈਂ ਇਹਨਾਂ ਕੋਲੇ ਗਈ, ਕੰਮ ਕੀਤਾ। ਉਦੋਂ ਮੈਂ ਇਕੱਲੇ ਕੰਮ ਕੀਤਾ ਸੀਗਾ, ਕਿਉਂਕਿ ਮੈਨੂੰ ਮਤਲਬ ਪਤਾ ਵੀ ਨਹੀਂ ਸੀ ਕੰਮ ਕਰਦਾ, ਕਿਉਂਕਿ ਪੰਜਾਬੀ ਲੈਂਗੁਏਜ ਸਮਝ ਨਹੀਂ ਆਉਂਦੀ ਸੀ। ਤੇ ਹਾਂਜੀ, ਤੇ ਫਿਰ ਮਤਲਬ ਕਿ ਹੌਲੀ ਹੌਲੀ ਕਰਕੇ ਇੱਕ ਵਾਰੀ ਗਲਤੀ ਨਾਲ ਸਾਡੇ ਤੋਂ ਡਰੈਸ ਬਣ ਗਈ ਸੀ। ਉਹ ਤਾਂ ਰੱਬ ਨੇ ਬਣਾਤੀ ਉਦੋਂ ਜੋੜੀ। ਬਸ ਇੱਕ ਵਾਰੀ ਡਰੈਸ ਬਣੀ ਸੀ, ਫਿਰ ਉਦੋਂ ਇੱਕ ਦੋ ਵਾਰੀ ਸਟੇਜ ਤੇ ਇਕੱਠੇ ਨੱਚੇ ਸੀ ਅਸੀਂ, ਤੇ ਉਦੋਂ ਮਤਲਬ ਕਿ ਬੌਂਡਿੰਗ ਵਧੀਆ ਹੋਣ ਲੱਗ ਗਈ ਸੀ, ਤੇ ਬਸ ਬਣ ਗਈ ਜੋੜੀ। ਜੇਕਰ ਗੱਲ ਕਰੀਏ, ਪਹਿਲਾਂ ਇਕੱਲੇ ਡਾਂਸ ਕਰਦੇ ਸੀ, ਉਦੋਂ ਬਾਅਦ ਇਕੱਠੇ ਕਰਨ 'ਚ ਜ਼ਿਆਦਾ ਵਧੀਆ ਲੱਗਦਾ, ਜਾਂ ਇਕੱਲਾ ਬੰਦਾ ਪਰਫਾਰਮਰ ਆ ਉਹ ਵਧੀਆ ਲੱਗਦਾ? ਨਹੀਂ, ਇਕੱਲੇ ਹੋਰਾਂ ਦਾ ਤਾਂ ਮੈਨੂੰ ਪਤਾ ਨਹੀਂ ਕਿੱਦਾਂ ਦਾ ਐਕਸਪੀਰੀਅੰਸ ਆ, ਬਟ ਮੇਰਾ ਐਕਸਪੀਰੀਅੰਸ ਇਕੱਲੇ ਦਾ ਵਧੀਆ ਨਹੀਂ ਹੈਗਾ, ਕਿਉਂਕਿ ਮੈਨੂੰ ਖੁਦ ਨੂੰ ਹੀ ਵਧੀਆ ਨਹੀਂ ਲੱਗਦਾ। ਕਿਉਂਕਿ ਜੋ ਮਤਲਬ ਕਿ ਆਡੀਅנס ਬੋਲਦੀ ਹੈ, ਕਿਉਂਕਿ ਜੇ ਕੋਈ ਬੰਦਾ ਨਾਲ ਹੋਵੇ ਉਦੋਂ ਥੋੜਾ ਜਿਹਾ ਪਿੱਛੇ ਹਟ ਜਾਂਦੇ, ਬਈ ਕੀ ਪਤਾ ਮੁੰਡਾ ਕੌਣ ਆ ਕੌਣ ਨਹੀਂ ਹੈਗਾ, ਕੀ ਬੋਲੂਗਾ, ਕੁਝ ਕਹਿ ਦੂਗਾ। ਲੇਕਿਨ ਜਦੋਂ ਇਕੱਲੀ ਕੁੜੀ ਹੁੰਦੀ ਆ, ਉਦੋਂ ਤਾਂ ਬੰਦਾ ਬੇਟੈਨਸ਼ਨ ਹੋ ਕੇ ਬੋਲਦਾ, ਮਤਲਬ ਜੋ ਵੀ ਉਹਨੇ ਕੁਝ ਵੀ ਕਹਿਣਾ ਹੋਵੇ। ਜੇਕਰ ਕਾਜਲ ਗੱਲ ਕਰੀਏ, ਇਸ ਖਿੱਤੇ ਵੱਲ ਆਏ ਕੋਈ ਮਜਬੂਰੀ ਸੀ, ਜਾਂ ਵੈਸੇ ਹੀ ਇਸ ਕੰਮ ਦੇ ਵੱਲ ਆਏ? ਕਿਉਂਕਿ ਇਸ ਕੰਮ ਨੂੰ ਲੋਕ ਚੰਗਾ ਨਹੀਂ ਸਮਝਦੇ, ਲੜਕੀਆਂ ਦੇ ਲਈ ਤਾਂ ਖਾਸ ਕਰਕੇ। ਹਾਂਜੀ, ਚੰਗਾ ਤਾਂ ਨਹੀਂ ਸਮਝਦੇ, ਲੇਕਿਨ ਆਪਣੀ ਆਪਣੀ ਸੋਚ ਹੁੰਦੀ ਹੈ। ਅੱਜ ਦੇ ਟਾਈਮ ਤੇ ਲੋਕਾਂ ਦੀ ਸੋਚ ਹੋਈ ਆ ਚੇਂਜ, ਕਿਉਂਕਿ ਮੈਨੂੰ ਲੱਗਿਆ, ਕਿਉਂਕਿ ਲੋਕਾਂ ਨੇ ਖੁਦ ਮੈਨੂੰ ਆ ਕੇ ਦੱਸਿਆ ਕਿ ਸਿਸਟਰ ਤੁਹਾਡਾ ਇੰਟਰਵਿਊ ਕਰਕੇ ਸਾਡੀ ਸੋਚ ਚੇਂਜ ਹੋਈ ਆ, ਤੇ ਅਸੀਂ ਪ੍ਰਾਊਡ ਫੀਲ ਵੀ ਕਰਦੇ ਆ। ਤੇ ਆਹ ਫੀਲਡ 'ਚ ਆਉਣ ਦਾ ਰੀਜ਼ਨ ਸੀਗਾ ਸਿਰਫ ਫੈਮਿਲੀ, ਤੇ ਏਜ ਛੋਟੀ ਸੀ, ਜੋਬ ਨਹੀਂ ਕਰ ਸਕਦੇ ਸੀ, ਤੇ ਬਸ ਆਹੀ ਕੁਛ ਜੋ ਮਿਲਦਾ ਗਿਆ, ਜਿਹੜਾ ਰਸਤਾ ਮਿਲਦਾ ਗਿਆ, ਉਦੋਂ ਸਟਾਰਟ ਕਰਦੇ ਗਏ। ਪੜ੍ਹੇ ਕਿੰਨਾ? ਹੁਣ ਵੀ ਸਟੱਡੀ ਚੱਲ ਰਹੀ ਹੈ, ਗ੍ਰੈਜੂਏਸ਼ਨ ਚੱਲ ਰਹੀ ਆ। ਅੱਛਾ, ਨਾਲ ਕੰਮ ਨਾਲ ਪੜ੍ਹ। ਹਾਂਜੀ, ਮੈਂ ਨਾ ਇਹ ਗੱਲ ਕਹਿੰਦਾ ਪੁੱਤ ਪੜ੍ਹ ਲਾ, ਕੁਝ ਬਣ ਜਾਏਗਾ। ਤੁਸੀਂ ਕਹਿ ਰਹੇ ਹੋ ਤੁਸੀਂ ਸਕਸੈਸ ਹੋ ਇਸ ਕੰਮ ਦੇ ਵਿੱਚ ਹੀ ਸਕਸੈਸ ਹੋ, ਫਿਰ ਸਟੱਡੀ ਵਾਲਾ ਰਾਹ ਇੱਧਰ ਕਿਉਂ ਅਪਣਾਇਆ? ਨਹੀਂ, ਪਤਾ ਕੀ, ਸਟੱਡੀ ਬਿਨਾ ਕੁਝ ਨਹੀਂ ਹੈਗਾ, ਕਿਉਂਕਿ ਜੇ ਗਿਆਨ ਨਹੀਂ ਹੈਗਾ ਤਾਂ ਕੁਝ ਵੀ ਨਹੀਂ ਹੈਗਾ। ਤੇ ਮਤਲਬ ਕਿ ਸਟੱਡੀ ਦਾ ਚਾਹ ਸੀ, ਇੰਟਰਸਟ ਸੀਗਾ ਜ਼ਿਆਦਾ ਸਟੱਡੀ 'ਚ। ਬਸ ਨਾਲ 12th ਤੋਂ ਬਾਅਦ ਮਤਲਬ ਕਿ ਇੱਕ ਵਾਰੀ ਮੈਨੂੰ ਹੋ ਗਿਆ ਸੀ ਕਿ ਕੰਮ ਕਰੂੰਗੀ ਕਿ ਪੜ੍ਹਾਈ ਕਰੂੰਗੀ, ਤੇ ਮੈਂ ਛੱਡਤੀ ਸੀ ਆਪਣੀ ਸਾਈਡ ਤੋਂ। ਲੇਕਿਨ ਜਦੋਂ 1 ਸਾਲ ਬਾਅਦ ਐਗਜ਼ਾਮ ਆਏ ਨਾ, ਮੈਨੂੰ ਉਦੋਂ ਪਤਾ ਲੱਗਿਆ ਕਿ ਬਈ ਮੇਰਾ BA 'ਚ ਐਡਮਿਸ਼ਨ ਹੋ ਚੁੱਕਿਆ। ਉਹ ਸਿਰਫ ਰੀਜ਼ਨ ਸੀਗਾ ਮੰਮਾ ਕਹਿੰਦੇ ਸੀ ਬੇਟਾ ਚਲ ਕੋਈ ਨਾ, ਤੂੰ ਪੜ੍ਹਾਈ ਕਰਕੇ ਕੋਈ ਡ੍ਰੀਮ ਨਹੀਂ ਕਰ ਪਾਈ, ਲੇਕਿਨ ਸਟੱਡੀ ਤਾਂ ਆਪਣੀ ਪੂਰੀ ਕਰ ਲਾ, ਕੱਲ ਨੂੰ ਕੀ ਪਤਾ ਕਿੱਥੇ ਲੋੜ ਪੈ ਜਾਏ ਸਟੱਡੀ ਦੀ। ਤਾਂ ਕਰਕੇ ਮੰਮਾ ਨੇ ਸਟੱਡੀ ਸਟਾਰਟ ਹੀ ਰੱਖੀ, ਮਤਲਬ ਵਿਚਾਲੇ ਨਹੀਂ ਛੱਡਣ ਮੈਂ ਦਿੱਤੀ। ਸੁਣਿਆ ਕਹਿੰਦੇ ਆਈਲੈਟਸ ਵੀ ਕੀਤੀ ਹੈ ਕੁੜੀ ਨੇ? ਹਾਂਜੀ ਕੀਤੀ ਆ। ਕਦੋਂ ਕੀਤੀ ਸੀ? ਕਾਫੀ ਟਾਈਮ ਹੋ ਗਿਆ, ਮਤਲਬ ਉਦੋਂ ਪਤਾ ਨਹੀਂ ਸਹੀ, ਮਤਲਬ ਇੰਨਾ
ਮਤਲਬ ਨਹੀਂ ਪਤਾ ਸੀ ਆਈਲੈਟਸ ਦਾ ਕੀ ਹੁੰਦਾ ਕੀ ਨਹੀਂ ਹੁੰਦਾ, ਬਸ ਕਰ ਲਈ ਸੀ। ਇੰਟਰਸਟ ਸੀਗਾ ਕਿ ਬਈ ਵਿਹਲੇ ਨਹੀਂ ਰਹਿਣਾ, ਕੋਈ ਨਾ ਕੋਈ ਕੰਮ। ਚੰਗੇ ਬੈਂਡ ਆ ਗਏ ਸੀ ਉਦੋਂ ਹਾਂਜੀ ਤੇ ਹੋ ਗਏ ਸੀ ਕੈਨੇਡਾ ਜਾਣ ਜੋਗੇ? ਹੋ ਗਏ ਸੀਗੇ, ਲੇਕਿਨ ਰੱਬ ਨੇ ਨਹੀਂ ਚਾਹਿਆ, ਨਹੀਂ ਜਾ ਸਕੇ। ਕਾਰਨ ਕੀ ਸੀ? ਬਸ ਆਹੀ ਕੰਡੀਸ਼ਨ ਹੀ, ਜਦੋਂ ਫੈਮਿਲੀ ਆਪਣੇ ਸਿਰ ਤੇ ਹੈਗੀ ਆ, ਜ਼ਿੰਮੇਵਾਰੀ ਆਪਣੇ ਸਿਰ ਤੇ ਆ, ਤਾਂ ਉਦੋਂ ਆਪਣੇ ਬਾਰੇ ਨਹੀਂ ਸੋਚਦਾ ਹੁੰਦਾ ਬੰਦਾ। ਐਦਾਂ ਹੀ ਸੋਚਦਾ ਵੀ ਚੱਲ ਫੈਮਿਲੀ ਦਾ ਚੱਲ ਰਿਹਾ, ਵਧੀਆ ਗੱਲ ਆ। ਫਿਰ ਮੈਂ ਉਹ ਗੱਲ ਨੂੰ ਭੁੱਲ ਵੀ ਚੁੱਕੀ ਸੀ ਤੇ ਪਤਾ ਨਹੀਂ ਹੌਲੀ ਹੌਲੀ ਕਿਵੇਂ ਗੱਲ ਉੱਠ ਗਈ ਸੀ। ਕਾਜਲ, ਜੇਕਰ ਮੈਂ ਗੱਲ ਕਰਾਂ, ਤੁਸੀਂ ਹੁਣ ਦੋਨੇ ਇਕੱਠੇ ਪਰਫਾਰਮ ਕਰਦੇ ਹੋ, ਵੈਸੇ ਤੁਹਾਨੂੰ ਤਾਂ ਚਲੋ ਫਿਰ ਵੀ ਲੋਕ ਕਹਿੰਦੇ ਆਸਾਨ ਹੈ, ਕੱਲੀ ਕੁੜੀ ਜਦੋਂ ਸਟੇਜ ਦੇ ਉੱਤੇ ਪਰਫਾਰਮ ਕਰਦੀ ਹੈ ਬਹੁਤ ਸਾਰੀਆਂ ਮਤਲਬ ਲੋਕਾਂ ਦੇ ਭੱਦੇ ਕਮੈਂਟਾਂ ਦਾ ਸਾਹਮਣਾ ਕਰਨਾ ਪੈਂਦਾ, ਵੀ ਲੋਕ ਇਹੋ ਜਿਹੇ ਕਮੈਂਟ ਕਰਦੇ ਆ ਜਿਹੜੇ ਕਦੇ ਸੁਣੇ ਨਹੀਂ ਹੋਣੇ ਤੇ ਸੋਚੇ ਵੀ ਨਹੀਂ ਹੋਣੇ। ਇਹੋ ਜਿਹਾ ਕੁਝ ਹੁੰਦਾ ਤੁਹਾਡੇ ਨਾਲ? ਹਾਂਜੀ, ਬਹੁਤ ਵਾਰੀ ਹੋਇਆ। ਮਤਲਬ ਕਿ ਜਦੋਂ ਬੰਦਾ ਸਕਸੈਸ ਨਹੀਂ ਹੁੰਦਾ ਨਾ ਕਿਸੇ ਵੀ ਫੀਲਡ 'ਚ, ਤੇ ਲੋਕ ਉਹਨਾਂ ਨੂੰ ਬੋਲਦੇ ਹੀ ਹੁੰਦੇ ਆ। ਤੇ ਸਾਡੀ ਤਾਂ ਫੀਲਡ ਹੀ ਇੱਦਾਂ ਦੀ ਹੈ ਕਿ ਮਤਲਬ ਕਿ ਲੋਕਾਂ ਨੂੰ ਬਸ ਇੱਕ ਮੌਕਾ ਚਾਹੀਦਾ ਕਿ ਬਈ ਸਟੇਜ ਤੇ ਕੁੜੀ ਖੜੀ ਹੋ ਗਈ ਤੇ ਉਹਦੇ ਲਈ ਕੁਛ ਨਾ ਕੁਛ ਬੋਲੀ ਅਸੀਂ, ਮਤਲਬ ਚੰਗਾ ਨਹੀਂ, ਸਿਰਫ ਮਾੜਾ ਬੋਲੀਏ। ਉਹ ਪਤਾ ਨਹੀਂ ਲੋਕਾਂ ਦਾ ਮਤਲਬ ਕਿ ਸ਼ੌਕ ਹੁੰਦਾ ਜਾਂ ਫਿਰ ਉਹਨਾਂ ਦੇ ਅੰਦਰੋਂ ਹੀ ਇੱਦਾਂ ਦਾ ਕੁਛ ਨਿਕਲਦਾ ਵੀ ਉਹਨਾਂ ਨੂੰ ਮਾੜਾ ਕਹੀਏ। ਤੇ ਹੋਇਆ ਸਟਾਰਟਿੰਗ 'ਚ, ਜਦੋਂ 1-2 ਸ਼ੋਅ ਲਾਏ ਸੀ ਮੈਂ, ਬੀਟ ਤੋਂ ਬਿਨਾਂ ਸ਼ੋਅ ਲਾਏ ਸੀ, ਆਈ ਮੀਨ ਸਿੰਗਲ ਲਾਏ ਸੀ। ਤੇ ਉਦੋਂ ਮਤਲਬ ਮੈਂ ਗਈ ਸੀ ਸਟੇਜ ਤੇ, ਜਿਵੇਂ ਜਾਂਦੇ ਹੁੰਦੇ ਸੀ ਤੇ ਜਿਵੇਂ ਸਾਹਮਣੇ ਤੋਂ ਮੁੰਡੇ ਆ ਜਾਂਦੇ ਸੀ, ਕਮੈਂਟ ਕਰਦੇ ਸੀ ਕਿ ਹਾਂ ਇਹ ਸੋਹਣੀ ਲੱਗ ਰਹੀ ਆ, ਉਵੇਂ ਲੱਗ ਰਹੀ ਹੈ, ਜੋ ਵੀ ਕਮੈਂਟ ਹੁੰਦੇ ਆ। ਤੇ ਰੋਣਾ ਵੀ ਆਇਆ ਕਈ ਵਾਰੀ ਸਟੇਜ ਤੇ। ਐਦਾਂ ਹੋਇਆ ਬਈ ਮੇਰੇ ਤੋਂ ਨਹੀਂ ਹੁੰਦਾ ਕੰਮ, ਮੈਂ ਕੁਛ ਆਪਣਾ ਹੋਰ ਹੀ ਦਿਹਾੜੀ ਵਗੈਰਾ ਕੁਛ ਵੀ ਕਰ ਲਾਂ, ਬਟ ਆਹ ਕੰਮ ਨਹੀਂ ਹੁੰਦਾ। ਤੇ ਫਿਰ ਮਤਲਬ ਹੌਲੀ ਹੌਲੀ ਥੋੜਾ ਜਿਹਾ ਆਦਤ ਹੋ ਗਈ ਤੇ ਬਸ ਫਿਰ ਕੁਛ ਕੁ ਦਿਨਾਂ ਬਾਅਦ ਜੋੜੀ ਬਣ ਗਈ ਸੀ। ਫਿਰ ਐਦਾਂ ਦੀ ਪ੍ਰੋਬਲਮ ਨਹੀਂ ਮੈਂ ਫੇਸ ਕੀਤੀ। ਚਲੋ ਬੀਤ ਕਰਕੇ ਆ, ਜਾਂ ਫਿਰ ਆਡੀਅנס ਦੇਖਦੀ ਆ ਬਈ ਮੁੰਡਾ ਨਾਲ ਆ, ਤਾਂ ਨਹੀਂ ਕੁਛ ਕਹਿੰਦੇ। ਅੱਜ ਕੱਲ ਵੀ ਕਰਦੇ ਹੋਣੇ ਆ ਲੋਕ ਭੱਦੇ ਕਮੈਂਟ, ਜਾਂ ਕਦੇ ਕਹਿੰਦੇ ਯਾਰ ਲਓ ਕੋਈ ਨੰਬਰ ਫੜਾ ਗਿਆ, ਕੋਈ ਕੁਛ, ਕਿਉਂਕਿ ਅਕਸਰ ਹੀ ਇਹ ਚੱਲਦਾ ਰਹਿੰਦਾ ਉੱਥੇ। ਕਦੇ ਹੋਇਆ ਹੁਣ ਵੀ ਨਾਲ ਹੁੰਦੇ? ਹਾਂਜੀ, ਉਹ ਚੀਜ਼ ਤਾਂ ਉਹ ਇਹ ਸਵਾਲ ਤੁਸੀਂ ਬੀਤ ਨੂੰ ਪੁੱਛਿਓ, ਕਿਉਂਕਿ ਇਹ ਕੁਐਸਚਨ ਇਹਨਾਂ ਨੂੰ ਬੀਤ ਨੂੰ ਕਰਦੇ ਹੁੰਦੇ ਆ, ਕਿਉਂਕਿ ਉਹ ਸੋਚਦੇ ਆ ਬਈ ਕੁੜੀ ਕੀ ਪਤਾ ਕੀ ਰਿਪਲਾਈ ਦਊਗੀ, ਲੇਕਿਨ ਮੁੰਡਾ ਨਾਲ ਕੀ ਪਤਾ ਗੱਲ ਹੀ ਕਰਾ ਦੇ, ਸਾਡੀ ਨੰਬਰ ਹੀ ਦੇ ਦੇ। ਇਹ ਕੁਐਸਚਨ ਤੁਸੀਂ ਬੀਤ ਨੂੰ ਪੁੱਛਿਓ, ਕਿਉਂਕਿ ਉਹਨਾਂ ਨੂੰ ਜ਼ਿਆਦਾ ਪਤਾ ਹੋਊਗਾ ਮੇਰੇ ਤੋਂ। ਹਾਂਜੀ, ਜਦੋਂ ਤੁਸੀਂ ਇਕੱਠੇ ਪਰਫਾਰਮ ਕਰਦੇ ਹੋ ਤੇ ਕਾਜਲ ਕਹਿੰਦੀ ਵੀ ਤੁਹਾਨੂੰ ਆ ਕੇ, ਤੁਹਾਡੇ ਕੋਲੇ ਆ ਕੇ, ਜਿਵੇਂ ਪੰਜਾਬੀ 'ਚ ਕਹਿਣ, ਰਿਕੁਐਸਟ ਕਰਨ ਵਾਲਾ ਕੰਮ ਹੀ ਹੋ ਜਾਂਦਾ, ਨੰਬਰ ਵਗੈਰਾ ਫਿਰ ਤੁਹਾਡੇ ਤੋਂ ਮੰਗਣ ਲੱਗੇ ਹੁਣ? ਹਾਂ, ਸਾਨੂੰ ਹਮੇਸ਼ਾ ਮੈਨੂੰ ਕਹਿੰਦੇ ਆ, ਕਈ ਵਾਰ ਮੁੰਡੇ ਆ ਜਾਂਦਾ, ਅਗਲੇ ਨੂੰ ਇਹ ਹੋ ਜਾਂਦਾ ਨਾ ਵੀ ਇਹ ਨਾਲ ਆ ਕੁੜੀਆਂ ਦੇ, ਕੀ ਪਤਾ ਇਹਦੀ ਸੈਟਿੰਗ ਹੋਊ ਤੇ ਸੈਟਿੰਗ ਕਰਾ ਵੀ ਸਕਦਾ। ਕਹਿੰਦਾ ਨਾ ਬਈ ਉਹਦਾ ਨੰਬਰ ਦੇ ਦੇ, ਉਹ ਫਲਾਨੀ ਦਾ ਨੰਬਰ ਦੇ ਦੇ। ਮੈਂ ਕਹਿੰਦਾ ਨਾ ਵੀਰੇ ਯਾਰ ਨੰਬਰ ਤਾਂ ਤੁਹਾਨੂੰ ਦੇ ਦੂਗੀ ਹਨਾ, ਬਟ ਤੁਹਾਡੇ ਨਾਲ ਗੱਲ ਨਹੀਂ ਕਰਦੀ। ਕਹਿੰਦਾ ਬਈ ਇਹ ਤੂੰ ਤਾਂ ਐਵੇਂ ਫੁੱਦੂ ਜਿਹਾ ਖਿੱਚੀ ਜਾਣਾ। ਮੈਂ ਕਿਹਾ ਨਹੀਂ ਭਰਾ, ਤੇ ਇਹਨਾਂ ਨੇ ਜਾ ਕੇ ਨੰਬਰ ਪਾੜ ਹੀ ਦੇਣਾ, ਠੀਕ ਹੈ। ਇਹਨਾਂ ਦੀ ਲਾਈਫ ਕੁਛ ਹੋਰ ਆ, ਤੁਹਾਡੀ ਲਾਈਫ ਕੁਛ ਹੋਰ ਆ, ਤੁਸੀਂ ਸਮਝ ਨਹੀਂ ਸਕਦੇ। ਚੱਲ ਇੰਨੇ ਅਗਲਾ ਚੱਲ ਜਾਂਦਾ। ਉਹ ਕਹਿੰਦਾ ਨਾ ਵੀਰੇ ਯਾਰ ਛੱਡ, ਤੂੰ ਤਾਂ ਉਹੀ ਬੌਲਾ ਬਣਾਈ ਜਾਂਦਾ, ਸਾਨੂੰ ਜਵਾਕ ਬਣਾਈ। ਮੈਂ ਚਲੋ ਠੀਕ ਹੈ ਵੀਰੇ, ਤੇ ਮੇਰਾ ਵੀ ਨੰਬਰ ਕਹਿੰਦੇ ਚੱਲ ਤੂੰ ਤੇਰਾ ਦੇ ਦੇ, ਤੂੰ ਗੱਲ ਕਰਾ ਦੀ ਇਹਨਾਂ ਨਾਲ। ਤੇ ਬਹੁਤ ਔਖਾ ਖੜਾ ਛਡਾਉਣਾ ਪੈਂਦਾ ਉਦੋਂ। ਪਰਿਵਾਰ ਕਿਵੇਂ ਸਾਥ ਦੇ ਰਿਹਾ ਇਸ ਕੰਮ ਦੇ ਵਿੱਚ? ਕਿਉਂਕਿ ਤੁਸੀਂ 2 ਜਣੇ ਪਰਫਾਰਮ ਕਰਦੇ ਹੋ, ਚਲੋ ਤੁਹਾਡੇ ਖਿੱਤੇ ਦਾ ਫਰਕ ਹੈ, ਦੂਸਰਾ ਇਕੱਲੇ ਨਾਲ ਜਦੋਂ ਆਰਕੈਸਟਰਾ ਦੀ ਆਪਾਂ ਗੱਲ ਕਰਦੇ ਤਾਂ ਇਕੱਲੀ ਕੁੜੀ ਡਾਂਸ ਕਰਦੀ ਹੈ, ਤਾਂ ਉਹਨੂੰ ਥੋੜਾ ਜਿਹਾ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ। ਤੁਹਾਡੀਆਂ ਉਹ ਮੁਸ਼ਕਲਾਂ ਉਹ ਘਟੀਆਂ ਹੋਈਆਂ ਤੇ ਤੁਹਾਡਾ ਗਰੁੱਪ ਵੀ ਕਲਚਰਲ, ਤੁਸੀਂ ਜ਼ਿਆਦਾਤਰ ਭੰਗੜਾ ਹੀ ਕਰਦੇ ਹੋ, ਕੋਈ ਇਹੋ ਜਿਹਾ ਡਾਂਸ ਦੇ ਵਿੱਚ ਵੀ ਤੁਹਾਡੇ ਜਿਹੜੇ ਸਟੈਪ ਉਹੋ ਜਿਹੇ ਨਹੀਂ ਹੁੰਦੇਗੇ। ਪਰਿਵਾਰ ਦਾ ਕਿਸ ਤਰ੍ਹਾਂ ਦਾ ਸਾਥ? ਪਰਿਵਾਰ ਦਾ ਜਦੋਂ ਮੈਂ ਇਸ ਲਾਈਨ 'ਚ ਆਇਆ ਸੀ ਉਦੋਂ ਥੋੜ੍ਹੇ ਜਿਹੇ ਗਾਲਾਂ ਦਿੰਦੇ ਸੀਗੇ, ਘਰ ਦੇ ਵੀ ਦਿੰਦੇ ਸੀ ਵੀ ਤੂੰ ਚੰਗਾ ਨਹੀਂ ਕੀਤਾ ਨਾ ਰਿਸ਼ਤੇਦਾਰੀਆਂ 'ਚ। ਕਹਿੰਦੇ ਇੱਕ ਤਾਂ ਜੁੱਤੀ ਘਸ ਕੇ ਪਹਿਚਾਣ ਬਣਦੀ ਆ ਤੇ ਇੱਕ ਜੁੱਤੀ ਚੱਟ ਕੇ ਪਹਿਚਾਣ ਬਣਦੀ ਆ। ਤੇ ਘਸਣ ਵਾਲੀ ਦਾ ਸਵਾਦ ਵੱਖਰਾ ਹੁੰਦਾ ਤੇ ਚੱਟਣ ਵਾਲੀ ਦਾ ਸਵਾਦ ਵੱਖਰਾ ਹੁੰਦਾ। ਘਸਣ ਵਾਲੀ ਦਾ ਨਤੀਜਾ ਇਹ ਆ ਵੀ ਮੇਰਾ ਪਰਿਵਾਰ ਹੁਣ ਮੇਰੇ ਨਾਲ ਆ। ਉਹ ਕਹਿੰਦੇ ਆ ਵੀ ਤੇਰੀ ਸਾਡੀ ਸਪੋਰਟ ਤੇਰੇ ਨਾਲ ਆ, ਜਿੱਥੇ ਤੱਕ ਤੂੰ ਜਾਣਾ ਚਾਹੁੰਦਾ ਚੱਲ। ਕਾਜਲ ਦੀ ਫੈਮਿਲੀ ਸਾਡੇ ਨਾਲ ਆ, ਕਾਜਲ ਦੀ ਫੈਮਿਲੀ ਤੇ ਮੇਰਾ ਪਰਿਵਾਰ ਛੱਡ ਕੇ ਆਡੀਅנס ਮੇਰੇ ਨਾਲ ਆ। ਬਹੁਤ ਪਿਆਰ ਦਿੰਦੇ ਨੇ, ਬਾਹਰੋਂ ਬਹੁਤ ਜ਼ਿਆਦਾ ਫੋਨ ਆਉਂਦੇ ਨੇ ਹਨਾ, ਕਾਲਸ ਆਉਂਦੀਆਂ ਨੇ, ਕਹਿੰਦੇ ਆ ਵੀ ਐਂਡ ਆ ਵੀ ਇਹਦੇ ਉੱਤੇ ਕੁਛ ਨਹੀਂ। ਬਾਕੀ ਪਤਾ ਕੀ ਆ, ਸਾਡੀ ਸੋਚ ਇਹ ਸੀ ਵੀ ਅਸੀਂ ਆਰਕੈਸਟਰਾ ਸ਼ਬਦ ਨੂੰ ਮਿਟਾ ਕੇ ਇੱਕ ਕਲਚਰ ਗਰੁੱਪ ਬਣਾਈਏ। ਤੇ ਸਾਥ ਦੇ ਰਹੇ ਨੇ ਬਹੁਤ ਜ਼ਿਆਦਾ ਪਰਸਨ, ਤੇ ਕੁਛ ਸਾਥ ਨਹੀਂ ਵੀ ਦੇ ਰਹੇ। ਕਿਉਂ? ਉਹ ਇਦਾਂ ਦੇ ਪਰਸਨ ਹੁੰਦੇ ਆ, ਜਿਵੇਂ ਹੁਣ ਬਾਬੇ ਨਾਨਕ ਨੇ ਕਿਹਾ ਸੀ, ਕਹਿੰਦਾ ਕਲਯੁਗ ਆਉਣਾ। ਕਲਯੁਗ 'ਚ ਤੁਸੀਂ ਇਹ ਦੇਖ ਲਓ ਵੀ ਕੋਈ ਮੁੰਡਾ ਆਪਣੀ ਭੈਣ ਨੂੰ ਲੈ ਕੇ ਜਾ ਰਿਹਾ ਹਨਾ, 4 ਮੁੰਡੇ ਖੜੇ ਨੇ। ਜੇ ਮੁੰਡੇ ਨੂੰ ਉਹ ਜਾਣਦੇ ਆ, ਠੀਕ ਹੈ, 4 ਮੁੰਡੇ ਉਹਦੀ ਭੈਣ ਨੂੰ ਨਹੀਂ ਜਾਣਦੇ, ਉਹ ਕਹਿਣਗੇ ਦੇਖ ਓਏ ਨਿੱਤ ਨਵੀਂ ਬਿਠਾ ਕੇ ਲੈ ਕੇ ਜਾਂਦਾ। ਐ ਨਹੀਂ ਪਤਾ ਵੀ ਉਹਦੀ ਭੈਣ ਆ, ਠੀਕ ਹੈ। ਇਹ ਇਦਾਂ ਦੀ ਸੋਚ ਹੋਈ ਪਈ ਆ ਲੋਕਾਂ ਦੀ ਵੀ ਉਹਦੀ ਭੈਣ ਨੂੰ ਵੀ ਨਹੀਂ ਛੱਡਦੇ, ਸਾਨੂੰ ਤਾਂ ਕੀ ਛੱਡਣਗੇ ਉਹ ਹਨਾ। ਸਾਡੀ ਤਾਂ ਚੱਲ ਆਰਕੈਸਟਰਾ ਲਾਈਨ ਇੱਕ ਚੁਣੀ ਹੋਈ ਆ, ਬਟ ਉਹ ਸੋਚ ਨੂੰ ਚੇਂਜ ਕਰੀਏ ਆਪਾਂ ਹਨਾ, ਸਾਥ ਦਈਏ, ਕੁੜੀਆਂ ਦੀ ਰਿਸਪੈਕਟ ਕਰੀਏ। ਕਹਿੰਦੇ ਹਮੇਸ਼ਾ ਵਿਆਹ ਇੱਕ ਨਾਲ ਹੁੰਦਾ ਗਾ, ਲੇਕਿਨ ਕਿਸੇ ਦੀ ਧੀ ਭੈਣ ਆਪਾਂ ਛੇੜਾਂਗੇ ਕੱਲ ਨੂੰ ਤੇ ਆਪਣੀ ਨੂੰ ਵੀ ਕੋਈ ਛੇੜੂਗਾ। ਉਹ ਦੇਖ ਕੇ ਚੱਲੋ। ਪਹਿਲਾਂ ਕਹਿੰਦੇ ਸੋਟੀ ਮੰਜੇ ਥੱਲੇ ਮਾਰੋ, ਫਿਰ ਬਗਾਨੇ ਬੰਨੀ ਝਾਕੋ।
ਕਦੇ ਹੋਰ ਕਿਸੇ ਨੇ ਤੁਹਾਨੂੰ ਕੋਈ ਆਫਰ ਕੀਤਾ ਹੋਵੇ ਵੀ ਤੁਸੀਂ ਸਾਡੇ ਨਾਲ ਆ ਕੇ ਡਾਂਸ ਕਰੋ, ਵੀਰ ਨੂੰ ਛੱਡ ਦਿਓ, ਇਕੱਲੇ ਡਾਂਸ ਕਰੋ, ਜਾਂ ਕਦੇ ਹੋਇਆ ਇਹ ਜਾਂ ਹੁਣ? ਬਹੁਤ ਟਾਈਮ ਹੋਇਆ ਇਦਾਂ, ਕਿਉਂਕਿ ਆਫਰ ਦਿੰਦੇ ਹੀ ਆ, ਉਹ ਕਿਸੇ ਵੀ ਫੀਲਡ 'ਚ ਹੋਵੇ ਬੰਦਾ ਆਫਰ ਆਉਂਦੇ ਹੀ ਆ ਬਈ ਤੂੰ ਇਧਰੋਂ ਛੱਡ ਕੇ ਸਾਡੇ ਕੋਲੇ ਆ ਜਾ, ਕਿਉਂਕਿ ਉਹਨਾਂ ਨੂੰ ਵੀ ਪ੍ਰੋਫਿਟ ਹੁੰਦਾ ਹੀ ਆ। ਤੇ ਫਿਰ ਉਹ ਸਾਨੂੰ ਵੀ ਲਾਲਚ ਦਿੰਦੇ ਵੀ ਤੁਸੀਂ ਮਤਲਬ ਕਿ ਸਾਡੇ ਕੋਲ ਆਓਗੇ ਅਸੀਂ ਪੇਮੈਂਟ ਐਕਸਟਰਾ ਦੇ ਦਾਂਗੇ, ਵੀ ਤੂੰ ਛੱਡ ਦੋ ਕੀ ਫਾਇਦਾ, ਤੁਸੀਂ ਬਾਅਦ 'ਚ ਇਕੱਲੇ ਨਹੀਂ ਕੰਮ ਕਰ ਸਕਦੇ। ਲੇਕਿਨ ਉਹ ਤਾਂ ਫਿਰ ਮੈਨੂੰ ਪਤਾ ਨਾ ਬਈ ਮੈਂ ਕਿਹੜੀ ਚੀਜ਼ 'ਚ ਕੰਫਰਟੇਬਲ ਆ, ਤੇ ਅਸੀਂ ਉਹ ਚੀਜ਼ਾਂ ਨੂੰ ਰਿਜੈਕਟ ਕਰਦੇ ਆ ਕਿ ਵੀ ਸਾਨੂੰ ਨਹੀਂ ਚਾਹੀਦੀ। ਹੁਣ ਕੰਮ ਕਿਸ ਤਰ੍ਹਾਂ ਦਾ ਲੱਗਦਾ ਹੈ, ਕਿਉਂਕਿ ਬਹੁਤ ਸਾਰੀਆਂ ਕੁੜੀਆਂ ਇਕੱਲੀਆਂ ਵੀ ਡਾਂਸ ਕਰਦੀਆਂ, ਮੇਰਾ ਸਵਾਲ ਇਹ ਥੋੜਾ ਜਿਹਾ ਰਿਪੀਟ ਹੋ ਰਿਹਾ ਵੀ ਹੁਣ ਕੰਮ ਕਿਸ ਤਰ੍ਹਾਂ ਦਾ ਲੱਗਦਾ? ਜੋੜੀ 'ਚ ਕਰਦੇ ਹੋ, ਲੋਕ ਜ਼ਿਆਦਾ ਚੰਗਾ ਸਮਝਦੇ ਆ ਜਾਂ ਇਕੱਲਿਆਂ ਨੂੰ ਜ਼ਿਆਦਾ ਚੰਗਾ ਸਮਝਦੇ ਆ? ਨਹੀਂ, ਜਦੋਂ ਆਡੀਅנס ਜਦੋਂ ਕੋਈ ਇਕੱਲੀ ਕੁੜੀ ਸਟੇਜ ਤੇ ਕੰਮ ਕਰ ਰਹੀ ਹੈ ਨਾ, ਚਲੋ ਕੋਈ ਵੀ ਟੱਚ ਦੇ ਰਹੀ ਹੈ, ਬੈਡ ਟੱਚ ਦੇ ਰਹੀ ਹੈ, ਗੁੱਡ ਟੱਚ ਦੇ ਰਹੀ ਹੈ, ਉਹਨਾਂ ਨੂੰ ਆਡੀਅנס ਦੇਖਦੀ ਆ ਜਾਂ ਨਹੀਂ ਦੇਖਦੀ ਆ। ਲੇਕਿਨ ਜਦੋਂ ਅਸੀਂ ਜੋੜੀ ਨੂੰ ਲੈ ਕੇ ਸਟੇਜ ਤੇ ਜਾਂਦੇ ਆ, ਉਦੋਂ ਮਤਲਬ ਆਡੀਅנס ਜਿਹੜੇ ਖੜੇ ਹੁੰਦੇ ਉਹ ਵੀ ਬਹਿ ਜਾਂਦੇ ਆ, ਕਿਉਂ ਇਹ ਸਿਰਫ ਇੱਕ ਕਲਾ ਨੂੰ ਦੇਖ ਕੇ ਕਿ ਬਈ ਕਲਚਰ ਕੰਮ ਕਰ ਰਿਹਾ। ਤੇ ਕੁਛ ਤਾਂ ਕਹਿੰਦੇ ਆ ਮਤਲਬ ਵਿਚਾਲੇ ਜਿਹੜੇ ਜਿਨ੍ਹਾਂ 'ਚ ਨਹੀਂ ਹੈਗੀ ਵਧੀਆ ਥਿੰਕਿੰਗ, ਜਿਨ੍ਹਾਂ ਦੀ ਨਹੀਂ ਹੁੰਦੀ, ਉਹ ਕਹਿੰਦੇ ਆ ਬਈ ਦੇਖ ਕਿਵੇਂ ਚਿਪਟਾ ਚਿਪਟੀ ਕਰ ਰਿਹਾ, ਕਿ ਮਤਲਬ 10 ਬੰਦਿਆਂ 'ਚ ਇੱਕ ਬੰਦਾ ਤਾਂ ਗਲਤ ਹੁੰਦਾ ਹੀ ਆ, ਉਹ ਮਤਲਬ ਕੋਈ ਵੀ ਹੋ ਸਕਦਾ। ਤੇ ਕੁਛ ਕੁ ਕਮੈਂਟ ਕਰ ਦਿੰਦੇ ਵੀ ਦੇਖ ਚਿਪਟਾ ਚਿਪਟੀ ਕਰ ਰਹੇ, ਲੇਕਿਨ ਕੁਛ ਕੁ ਬੰਦੇ ਜਿਵੇਂ ਬਜ਼ੁਰਗ ਹੁੰਦੇ ਆ, ਲੇਡੀਜ਼ ਹੁੰਦੇ ਆ, ਮਤਲਬ ਸਾਨੂੰ ਪ੍ਰਾਊਡ ਫੀਲ ਹੁੰਦਾ ਕਿ ਵੀ ਲੇਡੀ ਵੀ ਸਾਡੇ ਨਾਲ ਸਟੇਜ ਤੇ ਆ ਕੇ ਡਾਂਸ ਕਰਦੇ ਆ, ਕਿਉਂਕਿ ਉਹ ਕਹਿੰਦੇ ਆ ਬਈ ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ, ਜੋੜੀ ਬਹੁਤ ਪਸੰਦ ਆ। ਹੁਣ ਨਿੱਜੀ ਜਿਹਾ ਸਵਾਲ, ਵੀ ਇਹਦੇ ਨਾਲ ਲੜਾਈ ਹੋਈ ਹੋਵੇ, ਵੈਸੇ ਤਾਂ ਸਟੈਪ ਮੈਚ ਹੋ ਜਾਂਦੇ, ਫਿਰ ਉਹਦੇ ਵੀ ਹੋ ਜਾਂਦੇ ਕਿ ਨਹੀਂ ਹੁੰਦੇ? ਨਹੀਂ ਹੁੰਦੇ ਆ ਜੀ, ਸਟੈਪ ਤਾਂ ਬਿਲਕੁਲ ਮਤਲਬ ਕੁਛ ਮਰਜ਼ੀ ਹੋਵੇ ਤੇ ਸਟੈਪ ਤਾਂ ਕੁਛ ਬੇਸ਼ੱਕ ਮੈਂ ਇਹਨਾਂ ਨਾਲ ਨਜ਼ਰ ਨਾ ਮਿਲਾਵਾਂ, ਲੇਕਿਨ ਸਟੈਪ ਮੈਚ ਹੀ ਰਹਿੰਦੇ ਨੇ। ਇੱਕ ਅੱਧੀ ਵਾਰ ਹੋ ਜਾਂਦਾ ਕਿ ਹਾਂ ਤੂੰ ਆਪਣਾ ਕਰੀ ਚੱਲ, ਮੈਂ ਆਪਣਾ ਕਰੀ ਚੱਲੂ। ਜਦੋਂ ਕਿਤੇ ਸਟੇਜ ਦੇ ਪਿੱਛੇ ਲੜ ਕੇ ਗਏ ਹੋ ਤੇ ਸਟੇਜ ਤੇ ਜਾ ਕੇ ਇਕੱਠੇ ਡਾਂਸ ਕਰਨਾ ਪਵੇ, ਫਿਰ ਉਦੋਂ ਕੰਫਰਟੇਬਲ ਹੁੰਦਾ ਕਿ ਉਦੋਂ ਫਿਰ ਥੱਲੇ ਆ ਕੇ ਫਿਰ ਉਹੀ ਜੂਤਮ ਜੂ ਚੱਲ ਪੈਂਦਾ ਕੰਮ? ਹਾਂ, ਥੱਲੇ ਆ ਕੇ ਉਹੀ ਸੇਮ ਚੱਲ ਜਾਂਦਾ, ਮਤਲਬ ਸਟੇਜ ਤੇ ਬਸ ਹਾਂ ਕੰਮ ਆ ਵੀ ਆਡੀਅנס ਨੂੰ ਆਪਾਂ ਖੁਸ਼ ਰੱਖਣਾ, ਲੇਕਿਨ ਨੀਚੇ ਆ ਕੇ ਤਾਂ ਉਹੀ ਤੋੜਮ ਫੋੜਾ ਚੱਲਦਾ। ਤੇ ਇਹ ਲੜਾਈ ਹੁੰਦੀ ਹੈ? ਮੈਂ ਤਾਂ ਵੈਸੇ ਪੁੱਛ ਰਿਹਾ ਵੀ ਕਿ ਨਹੀਂ ਹੁੰਦੀ, ਕਿ ਮੇਰੀਆਂ ਗੱਲਾਂ 'ਚ ਹੀ ਆਏ? ਨਹੀਂ, ਇਹ ਤਾਂ ਨੋਰਮਲ ਜੀ ਗੱਲ ਆ, ਜਿੱਥੇ ਭਾਂਡੇ ਹੁੰਦੇ ਉੱਥੇ ਖੜਕਦੇ ਤਾਂ ਹੁੰਦੇ ਹੀ ਆ। ਵੀਰ, ਮੈਂ ਇਹ ਸਵਾਲ ਤਾਂ ਪੁੱਛਿਆ ਕਿਉਂਕਿ ਤੁਹਾਨੂੰ ਅਕਸਰ ਨਾ ਲੋਕ ਬਹੁਤ ਜ਼ਿਆਦਾ ਲਾਈਕ ਕਰਦੇ ਆ, ਮੈਂ ਦੇਖਿਆ ਸੋਸ਼ਲ ਮੀਡੀਆ ਤੇ ਵੀ ਤੁਹਾਨੂੰ ਲਾਈਕ ਕਰਦੇ, ਕਹਿੰਦੇ ਜਿਹੜੀ ਜੋੜੀ ਹੈ ਬਹੁਤ ਸਵੀਟ ਜੀ ਜੋੜੀ ਆ, ਇਕੱਠੇ ਹੋ ਕੇ ਇਹ ਜਿਹੜਾ ਕੰਮ ਕਰਦੇ ਆ। ਤੁਹਾਡਾ ਰਿਸ਼ਤਾ ਕੀ ਆਪਸ 'ਚੋਂ ਵੀ ਥੋੜਾ ਜਿਹਾ ਪਤਾ ਲੱਗ ਜਾਵੇ। ਅਸੀਂ ਬਹੁਤ ਜ਼ਿਆਦਾ ਕਲੋਜ਼ ਆ, ਫੈਮਲੀਆਂ ਕਲੋਜ਼ ਆ ਸਾਡੇ, ਹਨਾ, ਵਧੀਆ ਵਰਤਦੇ ਆ ਇੱਕ ਦੂਜੇ ਨਾਲ ਰਿਲੇਸ਼ਨ 'ਚ ਅਸੀਂ। ਤੇ ਰਿਸ਼ਤਾ ਸਾਡਾ ਵੀ ਜਿੱਦਾਂ ਫੈਮਲੀ ਨਾਲ ਵਰਤ ਲਿਆ, ਹਨਾ, ਤੇ ਇੱਕੋ ਬਹੁਤ ਜ਼ਿਆਦਾ ਕਲੋਜ਼ ਆ ਅਸੀਂ ਆਪਸ 'ਚ, ਹਨਾ। ਫੈਮਲੀ ਵਰਤਦੀ ਆ, ਇਹਦੇ ਮੰਮੀ ਡੈਡੀ ਮੇਰੇ ਕੋਲੇ ਆਉਂਦੇ ਆ, ਮੈਂ ਜਾਣਾ, ਹਨਾ। ਬਹੁਤ ਵਧੀਆ ਪਰਿਵਾਰ ਆ ਸਾਡਾ, ਇੱਕ ਪਰਿਵਾਰ ਆ, ਹਨਾ। ਅਸੀਂ ਉਹ ਦੋਨਾਂ ਪਰਿਵਾਰਾਂ ਨੂੰ ਬਹੁਤ ਅੱਗੇ ਤੱਕ ਲੈ ਕੇ ਜਾਣਾ ਚਾਹੁੰਦੇ। ਬਾਕੀ ਅਸੀਂ ਇਹ ਸੋਚ ਆ, ਸਾਡੀ ਥਿੰਕਿੰਗ ਇਹ ਆ, ਹਨਾ, ਵੀ ਅਸੀਂ ਆਪਣੀਆਂ ਖੁਸ਼ੀਆਂ ਗਵਾ ਕੇ ਸਿਰਫ ਮਾਂ-ਬਾਪ ਬਾਰੇ ਸੋਚਿਆ ਹੋਇਆ। ਮਾਂ-ਬਾਪ ਜਦੋਂ ਸਕਸੈਸ ਆ, ਮਾਂ-ਬਾਪ ਸਾਡੇ ਲਈ ਖੁਸ਼ ਆ, ਤਾਂ ਅਸੀਂ ਆਪਣੇ ਆਪ ਖੁਸ਼। ਸਕਸੈਸ ਕਿੱਥੇ ਜੇ ਖੜੂਗੀ ਜਾ ਕੇ ਹੁਣ, ਕਿਉਂਕਿ ਦੱਸ ਰਹੇ ਸੀ ਵੀ ਨਾਲ ਸਟੱਡੀ ਵੀ ਚੱਲ ਰਹੀ ਹੈ, ਨਾਲ ਇੱਧਰ ਵੀ ਕੰਮ ਚੱਲ ਰਿਹਾ, ਕੀ ਸੋਚਿਆ ਕੀ ਹੈ ਅੱਗੇ, ਟੀਚਾ ਕੀ ਬਣਾ ਕੇ ਰੱਖਿਆ? ਟੀਚਾ ਸਭ ਤੋਂ ਵੱਡੀ ਗੱਲ, ਕਹਿੰਦੇ ਜਿੱਥੇ ਮਾਂ-ਬਾਪ ਖੁਸ਼ ਆ ਉੱਥੇ ਬੱਚੇ ਖੁਸ਼ ਨੇ, ਹਨਾ। ਤੇ ਮੰਦਰਾਂ ਮਸੀਤਾਂ 'ਚ ਨਹਾਉਣ ਦਾ ਫਾਇਦਾ ਨਹੀਂ, ਜਿੰਨਾ ਚਿਰ ਮਾਂ ਰਾਜੀ ਨਹੀਂ, ਪਿਓ ਰਾਜੀ ਨਹੀਂ, ਹਨਾ। ਜੇ ਆਪਾਂ ਉਹਨੂੰ ਸਵੇਰੇ ਗਾਲਾਂ ਕੱਢ ਕੇ ਚੱਲੀਏ ਤੇ ਫੰਕਸ਼ਨ ਤੇ ਚੱਲ ਕੇ ਕਮਾ ਕੇ ਉਸ ਤੋਂ ਬਾਅਦ ਸ਼ਾਮ ਨੂੰ 100 ਰੁਪਏ ਬਾਬੇ ਦੇ ਮੱਥਾ ਟੇਕੀ, ਬਾਬਾ ਖੁਸ਼ ਰੱਖੀ, ਬਾਬਾ ਕਿੱਥੋਂ ਖੁਸ਼ ਰੱਖੂਗਾ ਜਦੋਂ ਮਾਂ ਤਾਂ ਅੰਦਰਲੀ ਦੁਖੀ ਆ, ਹੈ। 9 ਮਹੀਨੇ ਕੁੱਖ 'ਚ ਰੱਖ ਕੇ ਮਾਂ ਨੇ ਪਾਲਿਆ, ਐਡੀ ਵੱਡੀ ਕਰੀ ਆ, ਕੁਛ ਹੁਣ ਆਪਾਂ ਬਜ਼ੁਰਗ ਹੋ ਕੇ, ਬੁੜੇ ਹੋ ਕੇ, ਜਦੋਂ ਉਹਨਾਂ ਦੇ ਬੁੜੇ ਹੱਡ ਹੋ ਗਏ, ਤੁਰਨ ਦਾ ਹਿੰਮਤ ਨਹੀਂ, ਉਹਨਾਂ ਨੂੰ ਛੱਡੀਏ, ਬਹੁਤ ਦੁੱਖ ਹੁੰਦਾ ਗਾ। ਅਕਸਰ ਆਪਾਂ ਵੀ ਮਾਂ-ਬਾਪ ਬੱਚੇ ਕਿਸੇ ਦੇ ਬੱਚਿਆਂ ਦੇ ਮਾਂ-ਬਾਪ ਬਣਨਾ ਨਾ, ਆਪਣੇ ਨਾਲ ਇਦਾਂ ਹੋਵੇ ਦੁੱਖ ਲੱਗਦਾ। ਬਟ ਸਾਡੀ ਸੋਚ ਇਹ ਆ ਵੀ ਸਭ ਤੋਂ ਵੱਡੀ ਗੱਲ, ਕਾਜਲ ਦਾ ਘਰ ਰਹਿ ਗਿਆ ਇੱਕ ਬਣਨ ਵਾਲਾ, ਜਦੋਂ ਘਰ ਬਣ ਗਿਆ, ਠੀਕ ਹੈ, ਤੇ ਹੌਲੀ ਹੌਲੀ ਅਸੀਂ ਇਸ ਲਾਈਨ 'ਚੋਂ ਆਪਣਾ ਥੋੜ੍ਹਾ ਜਿਹਾ ਸਾਈਡ ਕੱਢ ਕੇ ਬਿਜ਼ਨਸ ਕਰ ਲਾਂਗੇ ਛੋਟਾ ਜਿਹਾ। ਬਿਜ਼ਨਸ ਨਾਲ ਕਹਿੰਦੇ ਸਬਰ ਆ, ਜਦੋਂ ਸਬਰ ਆ ਗਿਆ ਤੁਹਾਡੇ ਕੋਲ ਤਾਂ ਸਾਰਾ ਕੁਛ ਆ, ਅਮੀਰ ਹੋ ਤੁਸੀਂ। ਜੇ ਸਬਰ ਨਹੀਂ ਫਿਰ ਕੁਛ ਵੀ ਨਹੀਂ। ਹੁਣ ਅੱਜ ਦੀ ਘੜੀ ਜੇ ਸਵਾਲ ਕਰਨਾ ਵੀ ਕੰਮ ਠੀਕ ਲੱਗਦਾ ਹੈ? ਅੱਜ ਦੀ ਘੜੀ ਸਾਨੂੰ ਇਹ ਕੰਮ ਕਿਉਂ ਵਧੀਆ ਲੱਗਦਾ, ਸਾਨੂੰ ਇਹ ਕੰਮ ਨੇ ਸ਼ੌਂਕ, ਰੋਟੀ, ਮਾਂ-ਬਾਪ ਦੀ ਇੱਜ਼ਤ ਤੇ ਆਪਣੇ ਆਪ ਨੂੰ ਵਰਤਣ ਨੂੰ, ਆਪਣੇ ਆਪ ਦੀ ਜਿੰਨੀ ਕੁ ਕਮਾਈ ਅਸੀਂ ਕਮਾਉਣੇ ਆ, ਹਨਾ, ਉਨਾ ਕੁ ਖਰਚਾ ਸਾਡਾ ਚੱਲ ਰਿਹਾ। ਅਸੀਂ ਸਕਸੈਸ ਰੱਬ ਦੀ ਮਿਹਰ ਆ ਵੀ ਸਾਨੂੰ ਸਬਰ ਦੇ ਰੱਬਾ, ਬਹੁਤ ਆ। ਕਿਉਂ, ਜੇ ਰੱਬ ਨੇ ਢਿੱਡ ਲਾਇਆ ਤਾਂ ਰੋਟੀ ਵੀ ਦਊਗਾ ਉਹ। ਉਹਦੇ ਕਹਿਣ ਨੂੰ ਜੇ ਆਪਾਂ ਵਿਹਲੇ ਬੈਠੇ ਰਹੀ ਆ ਵੀ ਰੱਬਾ ਰੋਟੀ ਡੇਗ ਦੇ, ਰੱਬ ਰੋਟੀ ਤਾਂ ਦਿੰਦਾ ਨਹੀਂ। ਕਾਜਲ ਜੀ, ਅੱਜ ਦੀ ਘੜੀ ਤੁਹਾਨੂੰ ਕੋਈ ਬੰਦਾ ਕਹਿ ਦੇਵੇ ਵੀ ਤੁਸੀਂ ਸਟੱਡੀ ਕਰ ਰਹੇ ਹੋ, ਤੁਹਾਨੂੰ ਜੌਬ ਦੇ ਦਿੰਦੇ ਆ, ਛੱਡ ਦੇਣਾ ਕੰਮ? ਨਹੀਂ, ਬਿਲਕੁਲ ਵੀ ਨਹੀਂ ਆਏ। ਇੰਨੇ ਲੋਕਾਂ ਦਾ ਦਿਲ ਥੋੜੀ ਤੋੜਨਾ ਸੀ। ਜੋਬ ਨਹੀਂ ਕਰਨੀ, ਮਤਲਬ ਹਜੇ ਨਹੀਂ ਕਰਨੀ, ਅੱਗੇ ਤਾਂ ਹਜੇ ਵਾਧੂ ਲਾਈਫ ਪਈ ਆ, ਹਜੇ ਉਮਰ ਹੋਈ ਕੀ ਆ, 21 ਸਾਲ ਹੋ ਗਿਆ, ਵਾਧੂ ਏਜ ਪਈ ਆ। ਜੋਬ ਦੇਖਾਂਗੇ, ਜੇ ਲੋਕਾਂ ਨੇ ਪਸੰਦ ਕਰਨਾ ਛੱਡਤਾ ਤਾਂ ਜੋਬ ਕਰ ਲਾਂਗੇ ਕੋਈ।
ਕਾਜਲ ਇੱਕ ਨਾ ਬਹੁਤ ਵੱਡਾ ਸਵਾਲ ਹੈ ਲੜਕੀਆਂ ਲਈ, ਖਾਸ ਕਰਕੇ ਮੁੰਡਿਆਂ ਨੂੰ ਤਾਂ ਬੰਦਾ ਫਿਰ ਵੀ ਇਗਨੋਰ ਕਰ ਦਿੰਦਾ। ਕਹਿੰਦੇ ਜਿਹੜੇ ਤੁਹਾਡੇ ਵਾਲਾ ਕੰਮ ਹੁੰਦਾ ਨਾ, ਇਹ 'ਚ ਨਸ਼ਾ ਬਹੁਤ ਚੱਲਦਾ ਹੈ। ਕਹਿੰਦੇ ਕੁੜੀਆਂ ਨਸ਼ੇ ਕਰਕੇ ਡਾਂਸ ਕਰਦੀਆਂ ਨੇ, ਨਸ਼ੇ ਕਰਕੇ ਜਾ ਕੇ ਉੱਥੇ ਪਰਫਾਰਮ ਕਰਦੀਆਂ ਨੇ, ਇਹ ਕਿੰਨਾ ਕੁ ਸੱਚ ਹੈ ਇਹਦੇ ਵਿੱਚ? ਦੇਖੋ ਇਹ ਚੀਜ਼ ਬਿਲਕੁਲ ਸੱਚ ਆ, ਲੇਕਿਨ ਇਹ ਜ਼ਰੂਰੀ ਨਹੀਂ ਹੁੰਦਾ ਕਿ ਸਾਡੀ ਫੀਲਡ ਵਾਲੀ ਹੀ ਕੁੜੀਆਂ ਨਸ਼ੇ ਪੱਤੇ ਕਰਦੀ ਹੋਵੇ, ਕਿਉਂਕਿ ਹੋਸਟਲਾਂ 'ਚ ਕੁੜੀਆਂ ਰਹਿੰਦੀਆਂ ਨੇ। ਮੈਂ ਕਿਸੇ ਤੇ ਕੁਐਸਚਨਿੰਗ ਨਹੀਂ ਕਰ ਰਹੀ ਹਾਂ, ਨਾ ਕਿਸੇ ਨੂੰ ਟੋਂਟ ਮਾਰ ਰਹੀ ਹਾਂ। ਇਹ ਨੋਰਮਲ ਜੀ ਗੱਲ ਆ। ਜੇ ਕਿ ਮਤਲਬ ਮਾਪਿਆਂ ਨੂੰ ਕੁੜੀ ਦੱਸ ਕੇ ਜਾਂਦੇ ਵੀ ਮੈਂ ਕਾਲਜ ਜਾ ਰਹੀ ਹਾਂ, ਲੇਕਿਨ ਅੱਗੇ ਜਾ ਕੇ ਤਾਂ ਉਹਨੂੰ ਪਤਾ ਨਾ ਉਹ ਕਿੱਥੇ ਜਾ ਰਹੀ ਹੈ, ਕਾਲਜ ਜਾ ਰਹੀ ਹੈ ਕਿ ਕਿੱਥੇ ਜਾ ਰਹੀ ਆ। ਤੇ ਇਹ ਸਾਡੀ ਲਾਈਨ ਤੇ ਤਾਂ ਕਰਕੇ ਕਹਿ ਦਿੰਦੇ ਬਈ ਇੱਥੇ ਕੁੜੀਆਂ ਨੋਰਮਲੀ ਫੁਲਕੇ ਕਰਦੀਆਂ ਸਾਰਾ ਕੁਝ, ਲੇਕਿਨ ਇਹ ਗੱਲ ਜ਼ਰੂਰੀ ਨਹੀਂ ਹੈਗੀ ਕਿ ਪੰਜੋਂ ਉਂਗਲ ਇੱਕੋ ਸਾਰ ਹੋਵੇ, ਬਈ ਇੱਕ ਫੀਲਡ 'ਚ ਸਾਰੀ ਕੁੜੀਆਂ ਹੀ ਨਸ਼ੇ ਪੱਤੇ ਵਾਲੀ ਹੋਵੇ। ਕਿਉਂਕਿ ਸਾਨੂੰ ਕੋਈ ਵੀ ਬੰਦਾ ਕਹਿ ਨਹੀਂ ਸਕਦਾ ਬਈ ਮੇਰੇ ਤੇ ਕੋਈ ਵੀ ਉਂਗਲ ਨਹੀਂ ਚੱਕ ਸਕਦਾ ਕਿ ਵੀ ਤੂੰ ਆ ਨਸ਼ਾ ਕੀਤਾ, ਤੇ ਅਸੀਂ ਕੀਤਾ ਵੀ ਨਹੀਂ। ਤੇ ਜ਼ਰੂਰੀ ਵੀ ਨਹੀਂ ਹੈਗਾ ਕਿ ਬਈ ਕੁੜੀ ਇਹੀ ਗੱਲ ਕਹਿੰਦੀ ਹੈ। ਹਾਂਜੀ ਬਿਲਕੁਲ। ਤੇ ਜ਼ਰੂਰੀ ਨਹੀਂ ਹੈਗਾ ਕਿ ਸਟੇਜ ਤੇ ਆਉਣ ਵਾਸਤੇ ਕੁਝ ਨਸ਼ਾ ਪੱਤੇ ਦੀ ਲੋੜ ਹੈਗੀ ਆ। ਬਈ ਸਾਨੂੰ ਤਾਂ ਲੋੜ ਹੈਗੀ ਨਹੀਂ, ਹੋਰਾਂ ਦਾ ਪਤਾ ਨਹੀਂ। ਤੁਹਾਡਾ ਏਰੀਆ ਹਰਿਆਣਾ ਹੈ, ਤੁਸੀਂ ਆਪਣੇ ਹਰਿਆਣੇ ਏਰੀਆ 'ਚ ਜਦੋਂ ਜਾਂਦੇ ਹੋ, ਉੱਥੇ ਜਾ ਕੇ ਜੇ ਪਰਫਾਰਮ ਕਰਨਾ ਪਵੇ, ਆਪਣੇ ਜਾਣ ਪਛਾਣ ਦੇ ਵੀ ਬਹੁਤ ਮਿਲ ਜਾਂਦੇ ਆ, ਆਪਣੇ ਕਲਾਸਮੇਟ ਵੀ ਤੁਹਾਡੇ ਬਹੁਤ ਮਿਲ ਜਾਂਦੇ ਆ, ਉਦੋਂ ਮਨ ਨੂੰ ਚੰਗਾ ਲੱਗਦਾ ਜਾਂ ਐਂ ਜੇ ਲੱਗਦਾ ਵੀ ਯਾਰ ਇਹ ਕੰਮ ਔਖਾ ਜਿਹਾ? ਨਹੀਂ, ਪਹਿਲਾਂ ਡਰ ਲੱਗਦਾ ਸੀ ਜਦੋਂ ਨਹੀਂ ਜਨਤਾ ਨੂੰ ਨਹੀਂ ਪਤਾ ਸੀਗਾ ਸਾਡੇ ਕੰਮ ਬਾਰੇ, ਲੇਕਿਨ ਅੱਜ ਦੇ ਟਾਈਮ ਤੇ ਖੁਸ਼ੀ ਹੁੰਦੀ ਆ ਕਿ ਵੀ ਸਾਡੇ ਏਰੀਆ 'ਚ ਫੰਕਸ਼ਨ ਹੈਗਾ ਤੇ ਅਸੀਂ ਉੱਥੇ ਕੰਮ ਤੇ ਜਾਵਾਂਗੇ। ਪਹਿਲਾਂ ਦਿੱਕਤ ਹੁੰਦੀ ਸੀ ਕਿ ਨਹੀਂ, ਮਤਲਬ ਮੈਂ ਫੰਕਸ਼ਨ ਫੜਨ ਤੋਂ ਪਹਿਲਾਂ ਅਸੀਂ ਪੁੱਛਦੇ ਹੁੰਦੇ ਸੀ ਕਿੱਥੇ ਫੰਕਸ਼ਨ ਆ, ਕਿ ਕੋਈ ਘਰ ਦਾ ਨਾ ਦੇਖ ਲੇ ਜਾਂ ਕੋਈ ਫਰੈਂਡ ਨਾ ਦੇਖ ਲੇ ਕਿ ਤਾਂ ਇਹ ਨਾ ਕਹਿ ਦੇ ਵੀ ਆਹ ਕੰਮ ਕਰਦੀ ਆ। ਲੇਕਿਨ ਅੱਜ ਦੇ ਟਾਈਮ ਤੇ ਬੇਸ਼ੱਕ ਘਰ ਦੇ ਨੇੜੇ ਹੀ ਫੰਕਸ਼ਨ ਹੋਵੇ, ਖੁਸ਼ ਹੋ ਕੇ ਜਾਂਦੇ ਆ। ਅੱਛਾ, ਵੀ ਜਦੋਂ ਇਕੱਠੇ ਤੁਹਾਡੀ ਜਿਹੜੀ ਇਕੱਠਿਆਂ ਦੀ ਪਰਫਾਰਮੈਂਸ ਆ ਲੋਕ ਪਸੰਦ ਕਰਦੇ, ਤਾਂ ਉਵੇਂ ਹੀ ਫਿਰ ਰਿਸ਼ਤੇਦਾਰ ਵੀ ਪਸੰਦ ਕਰਦੇ ਆ। ਹਾਂਜੀ ਬਿਲਕੁਲ ਬਿਲਕੁਲ। ਵੀਤ ਤੇ ਕਾਜਲ ਕਿਤੇ ਨਾ ਕਿਤੇ ਲੋਕਾਂ ਦੇ ਲਈ ਜਿਹੜੇ ਆਰਕੈਸਟਰਾ ਦਾ ਕੰਮ ਕਰਦੇ ਆ, ਜਾਂ ਜਿਨ੍ਹਾਂ ਦੀ ਸੋਚ ਆਰਕੈਸਟਰਾ ਪ੍ਰਤੀ ਜਾਂ ਡਾਂਸ ਕਰਨ ਵਾਲਿਆਂ ਪ੍ਰਤੀ ਇਹਨਾਂ ਲਈ ਮਾੜੀ ਆ। ਮਾੜੀ ਤਾਂ ਹੈ ਕਿਉਂਕਿ ਹਰ ਬੰਦਾ ਇਹ ਕਹਿੰਦਾ ਵੀ ਯਾਰ ਜਿਹੜੇ ਡਾਂਸ ਕਰਨ ਵਾਲੇ ਆ, ਸਟੇਜਾਂ ਤੇ ਜਾ ਕੇ ਨੱਚਣ ਵਾਲੇ, ਉਹ ਸਾਰੇ ਮਾੜੇ ਹੀ ਹੁੰਦੇ ਆ। ਪਰ ਇਹ ਜੋੜੀ ਹੈ, ਇਕੱਠੀ ਪਰਫਾਰਮ ਕਰਦੀ ਆ। ਤੁਸੀਂ ਅਕਸਰ ਹੀ ਇਹਨਾਂ ਨੂੰ ਸਟੇਜਾਂ ਤੇ ਦੇਖਦੇ, ਇਹਨਾਂ ਦੇ ਚਿਹਰੇ ਤੇ ਸਮਾਈਲ ਹੁੰਦੀ ਹੈ। ਭਾਵੇਂ ਘਰੇ ਕਹਿੰਦੇ ਸੀ ਹੱਥ ਨੇ ਜੇ ਲੜ ਪੈਂਦੇ ਆ, ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਇਸੇ ਤਰ੍ਹਾਂ ਹੀ ਲੋਕਾਂ ਨੂੰ ਚੰਗਾ ਜਿਹੜਾ ਮੈਸੇਜ ਆ ਉਹ ਦਿੰਦੇ ਰਹਿਣਗੇ, ਹੱਸਦੇ ਖੇਡਦੇ ਲੋਕਾਂ ਦੀਆਂ ਵਿਆਹਾਂ ਸ਼ਾਦੀਆਂ ਦੇ ਵਿੱਚ ਸ਼ਾਮਲ ਹੁੰਦੇ ਰਹਿਣਗੇ। ਜੁੜੇ ਰਹੋ ਸਾਡੇ ਨਾਲ। ਮਨੀਸ਼ ਦੇ ਨਾਲ ਜੱਸੀ ਬਰਾੜ ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ। ਸਤਿ ਸ਼੍ਰੀ ਅਕਾਲ ਜੀ।